ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘਟ ਘਟ ਪੂਰਨ ਬ੍ਰਹਮ ਹੈ, ਗੁਰਮੁਖ ਵੇਖਾਲੈ। ਭਗਤਾਂ ਨੂੰ ਭਗਤ ਪਿਆਰੇ ਹੁੰਦੇ ਹਨ, ਸੰਤਾਂ ਨੂੰ ਸੰਤ ਜਨ ਚੰਗੇ ਲੱਗਦੇ ਹਨ। ਭਗਤ ਨਾਮਦੇਵ ਜੀ ਦੀ ਮਹਿਮਾ ਸਾਰੇ ਪਾਸੇ ਹੋਣ ਲੱਗੀ। ਉਹਨਾਂ ਕੋਲ ਕਈ ਸੰਤ ਸਾਧੂ ਆਉਂਦੇ ਤੇ ਦਰਸ਼ਨ ਕਰਨ ਦੇ ਨਾਲ ਗੋਸ਼ਟ ਕਰਦੇ। ਮਹਾਰਾਸ਼ਟਰ ਵਿੱਚ ਇੱਕ ਮਸ਼ਹੂਰ ਸੰਤ ਸ਼੍ਰੀ ਗਿਆਨੇਸ਼ਵਰ ਜੀ ਸਨ। ਉਹ ਵੀ ਭਗਤੀ ਭਾਵ ਵਾਲੇ ਤੇ ਆਤਮਕ ਤੇ ਭਗਵਾਨ ਗਿਆਨ ਦੇ ਗਿਆਤਾ ਸਨ। ਉਹਨਾਂ ਦੀ ਦਿਵ ਦ੍ਰਿਸ਼ਟੀ ਬਹੁਤ ਦੂਰ ਦੀ ਸੀ। ਉਹਨਾਂ ਨੇ ਜਦੋਂ ਨਾਮਦੇਵ ਜੀ ਦੇ ਦਰਸ਼ਨ ਕੀਤੇ ਤਾਂ ਆਖਿਆ, ਨਾਮਦੇਵ, ਅਸੀਂ ਤੀਰਥਾਂ ਦੇ ਦਰਸ਼ਨਾਂ ਨੂੰ ਜਾ ਰਹੇ ਹਾਂ, ਤੂੰ ਵੀ ਸਾਡੇ ਨਾਲ ਚੱਲ। ਇਹ ਵਚਨ ਸੁਣ ਕੇ ਨਾਮਦੇਵ ਜੀ ਨੇ ਬੇਨਤੀ ਕੀਤੀ, ਮਹਾਰਾਜ ਜੀ, ਇੱਛਾ ਤਾਂ ਹੈ, ਪਰ ਬੀਠਲ ਜੀ ਦੇ ਦਰਸ਼ਨ ਖਿੱਚ ਪਾਉਂਦੇ ਹਨ, ਕੋਈ ਪੇਸ਼ ਨਹੀਂ ਜਾਣ ਦਿੰਦੇ। ਜੇ ਚਲੇ ਗਏ ਤਾਂ ਦਰਸ਼ਨ ਕਿੱਥੋਂ ਹੋਣਗੇ। ਇਹ ਸੁਣ ਕੇ ਮਹਾਤਮਾ ਪੁਰਸ਼ ਬੋਲੇ, ਨਾਮਦੇਵ, ਇਹ ਇੱਕ ਭੁਲੇਖਾ ਹੈ, ਮਾਇਆ ਦਾ ਪਰਦਾ ਹੈ। ਇੰਨਾ ਕੁਝ ਕਰਨ ਤੇ ਮਾਇਆ ਦਾ ਪਰਦਾ ਪਾਸੇ ਨਹੀਂ ਹੋਇਆ। ਤੇਰਾ ਬੀਠਲ ਸਰਬ ਸ਼ਕਤੀਵਾਨ ਹੈ। ਜਿਵੇਂ ਜੜ ਇੱਕ ਤੇ ਪੱਤ ਫੁੱਲ ਵੱਖਰੇ, ਐਸਾ ਭੇਦ ਹੈ। ਇਉਂ ਬਚਨ ਕਰਕੇ ਮਹਾਪੁਰਸ਼ ਨੇ ਨਾਮਦੇਵ ਜੀ ਨੂੰ ਗਿਆਨ ਉਪਦੇਸ਼ ਕੀਤਾ, ਮਾਇਆ ਤੇ ਭਰਮ ਦਾ ਪਰਦਾ ਦੂਰ ਕੀਤਾ ਤੇ ਬਚਨ ਕੀਤਾ। ਬੀਠਲ ਹਰ ਥਾਂ ਹੋਣ ਦੇ ਨਾਲ ਨਾਲ ਉਸ ਦੇ ਜਦੋਂ ਪ੍ਰਕਾਸ਼ ਦੇ ਦਰਸ਼ਨ ਕਰੀਦੇ ਹਨ ਤਾਂ ਮਨ ਪ੍ਰਸੰਨ ਹੁੰਦਾ ਹੈ। ਤੀਰਥਾਂ ਤੇ ਗਿਆ ਗਿਆਨ ਵਿੱਚ ਵਾਧਾ ਤੇ ਮਹਾਪੁਰਸ਼ਾਂ ਦੇ ਦਰਸ਼ਨ ਹੁੰਦੇ ਹਨ। ਅਨੇਕਾਂ ਸੰਤ ਮੰਡਲੀਆਂ ਮਿਲਦੀਆਂ ਹਨ। ਆਓ ਤੁਸਾਂ ਦਾ ਬੀਠਲ ਹਰ ਥਾਂ ਵਸਦਾ ਦਿਖਾਈਏ। ਨਾਮਦੇਵ ਜੀ ਨੇ ਕਿਹਾ, ਜਿਵੇਂ ਆਗਿਆ ਮਹਾਰਾਜ, ਆਪ ਨੇ ਹੀ ਲਾਜ ਰੱਖਣੀ ਹੈ। ਇਹ ਬਚਨ ਕਰਕੇ ਨਾਮਦੇਵ ਜੀ ਨਾਲ ਚੱਲਣ ਨੂੰ ਤਿਆਰ ਹੋ ਗਏ। ਸੰਤ ਗਿਆਨੇਸ਼ਵਰ ਜੀ ਦੀ ਸੰਤ ਮੰਡਲੀ ਨਾਮਦੇਵ ਜੀ ਨੂੰ ਨਾਲ ਲੈ ਕੇ ਮਹਾਰਾਸ਼ਟਰ ਵਿੱਚ ਤੀਰਥਾਂ ਦੇ ਦਰਸ਼ਨ ਕਰਨ ਲੱਗੀ। ਮੱਧ ਭਾਰਤ ਵਿੱਚੋਂ ਫਿਰਦੇ ਹੋਏ ਤ੍ਰਿਬੇਣੀ, ਕਾਂਸ਼ੀ ਤੇ ਹਰਿਦੁਆਰ ਆਦਿਕ ਤੀਰਥਾਂ ਦੇ ਦਰਸ਼ਨ ਕੀਤੇ। ਸੰਤ ਮੰਡਲੀਆਂ ਨਾਲ ਗਿਆਨ ਚਰਚਾ ਹੋਈ ਤੇ ਸੱਚ ਹੀ ਅਨੇਕ ਸੰਤ ਮੰਡਲੀਆਂ ਦੇ ਦਰਸ਼ਨ ਹੋਏ। ਨਾਮਦੇਵ ਜੀ ਦੇ ਮਨ ਦਾ ਭਰਮ ਦੂਰ ਹੋ ਗਿਆ। ਉਹਨਾਂ ਦਾ ਬੀਠਲ ਹਰ ਥਾਂ ਵਸਦਾ ਹੋਇਆ ਨਜ਼ਰ ਆਇਆ। ਮਨ ਮੰਨ ਗਿਆ ਤੇ ਭਗਤ ਨਾਮਦੇਵ ਜੀ ਪ੍ਰਸੰਨ ਹੋ ਗਏ, ਕਿਉਂਕਿ ਉਹਨਾਂ ਨੂੰ ਭਗਵਾਨ ਦੇ ਦਰਸ਼ਨ ਹੋਣ ਲੱਗੇ ਸਨ। ਸੰਤ ਗਿਆਨੇਸ਼ਵਰ ਜੀ ਦੀ ਸੰਤ ਮੰਡਲੀ ਦੇ ਨਾਲ ਤੀਰਥਾਂ ਦੀ ਯਾਤਰਾ ਕਰਦੇ ਹੋਏ ਸ਼੍ਰੀ ਨਾਮਦੇਵ ਜੀ ਮਥੁਰਾ ਬਿੰਦਰਾਬਨ ਤੋਂ ਦਿੱਲੀ ਹਸਤਿਨਾਪੁਰ ਆ ਗਏ। ਬਿੰਦਰਾਬਨ ਵਿੱਚ ਜਦੋਂ ਨਾਮਦੇਵ ਜੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਮੰਦਰਾਂ ਵਿੱਚ ਭਗਵਾਨ ਜੀ ਦੇ ਦਰਸ਼ਨ ਕੀਤੇ ਤਾਂ ਉਹਨਾਂ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਰੂਪ ਦੀ ਥਾਂ ਬੀਠਲ ਜੀ ਦੇ ਦਰਸ਼ਨ ਹੋਏ। ਇੱਕ ਮਹੀਨਾ ਬਿੰਦਰਾਬਨ ਵਿੱਚ ਹੀ ਸੰਤ ਮੰਡਲੀ ਟਿਕੀ ਤੇ ਦਰਸ਼ਨ ਹੁੰਦੇ ਰਹੇ। ਦਿੱਲੀ ਵਿੱਚ ਜਮਨਾ ਘਾਟ ਉੱਤੇ ਸੰਤ ਮੰਡਲੀ ਨੇ ਡੇਰਾ ਜਮਾ ਦਿੱਤਾ ਤੇ ਭਜਨ ਕੀਰਤਨ ਹੋਣ ਲੱਗਾ। ਸ਼ਹਿਰ ਦੇ ਹਿੰਦੂ ਤੇ ਸੂਫੀ ਮੁਸਲਮਾਨ ਸੰਤਾਂ ਦੇ ਦਰਸ਼ਨਾਂ ਨੂੰ ਆਉਂਦੇ। ਗਲੋ ਗਲੀ ਸ਼੍ਰੀ ਨਾਮਦੇਵ ਜੀ ਦੀਆਂ ਕਰਾਮਾਤਾਂ ਦਾ ਜਦ ਸ਼ਹਿਰ ਵਾਸੀਆਂ ਨੂੰ ਪਤਾ ਲੱਗ ਗਿਆ ਤਾਂ ਸ਼ਹਿਰ ਵਾਲੇ ਹੁੰਮ ਹੁਮਾ ਕੇ ਆਉਣ ਲੱਗੇ। ਬਹੁਤ ਸ਼ੋਭਾ ਹੋਈ। ਨਾਮਦੇਵ ਜੀ ਦਾ ਜਸ ਹੋਣ ਲੱਗ ਪਿਆ। ਉਸ ਸਮੇਂ ਦਿੱਲੀ ਵਿੱਚ ਤੁਰਕਾਂ ਦਾ ਰਾਜ ਸੀ। ਮੁਹੰਮਦ ਬਿਨ ਤੁਗਲਕ ਦਿੱਲੀ ਦਾ ਬਾਦਸ਼ਾਹ ਸੀ। ਇਹ ਬਾਦਸ਼ਾਹ ਇਸਲਾਮ ਦਾ ਪ੍ਰਚਾਰਕ ਤੇ ਹਿੰਦੂਆਂ ਨਾਲ ਈਰਖਾ ਕਰਦਾ ਸੀ। ਇਸ ਨੂੰ ਪਤਾ ਲੱਗਾ ਕਿ ਇੱਕ ਨਾਮਦੇਵ ਹਿੰਦੂ ਦੱਖਣ ਵੱਲੋਂ ਆਇਆ ਹੈ। ਉਸ ਨੂੰ ਭਗਵਾਨ ਨੇ ਕਈ ਵਾਰੀ ਦਰਸ਼ਨ ਦਿੱਤੇ ਹਨ। ਉਹ ਕਰਾਮਾਤੀ ਹੈ, ਸ਼ਕਤੀ ਵਾਲਾ ਹੈ। ਜੋ ਵੀ ਕੋਈ ਭਗਤ ਨਾਮਦੇਵ ਜੀ ਤੋਂ ਦੁੱਧ ਪੌਦੀਆਂ ਦਾਤਾਂ ਮੰਗਦਾ ਹੈ, ਉਹ ਹਾਸਲ ਕਰ ਲੈਂਦਾ ਹੈ। ਇਹ ਜਸ ਸੁਣ ਕੇ ਬਾਦਸ਼ਾਹ ਨੇ ਪਿਆਦੇ ਭੇਜ ਕੇ ਨਾਮਦੇਵ ਜੀ ਨੂੰ ਕਿਲੇ ਵਿੱਚ ਸੱਦ ਲਿਆ। ਨਾਮਦੇਵ ਜੀ ਦਾ ਬਾਦਸ਼ਾਹ ਕੋਲ ਜਾਣਾ ਸੀ ਕਿ ਹਿੰਦੂਆਂ ਵਿੱਚ ਨਿਰਾਸਤਾ ਦੀ ਲਹਿਰ ਦੌੜ ਗਈ
ਉਹਨਾਂ ਨੇ ਖਿਆਲ ਕੀਤਾ ਹੋ ਸਕਦਾ ਹੈ ਕਿ ਬਾਦਸ਼ਾਹ ਨਾਮਦੇਵ ਜੀ ਨੂੰ ਮਰਵਾ ਹੀ ਨਾ ਦੇਵੇ, ਕਿਉਂਕਿ ਬਹੁਤ ਤਅੱਸਬੀ ਸੀ। ਉਹ ਹਿੰਦੂਆਂ ਉੱਤੇ ਬਹੁਤ ਜ਼ੁਲਮ ਕਰਦਾ ਸੀ। ਇਸ ਲਈ ਹਿੰਦੂ ਇਕੱਠੇ ਹੋ ਕੇ ਬਾਦਸ਼ਾਹ ਕੋਲ ਗਏ। ਉਹਨਾਂ ਦੇ ਆਗੂਆਂ ਨੇ ਬਾਦਸ਼ਾਹ ਅੱਗੇ ਬੇਨਤੀ ਕੀਤੀ, ਬਾਦਸ਼ਾਹ ਸਲਾਮਤ, ਨਾਮਦੇਵ ਜੀ ਨੂੰ ਛੱਡ ਦਿੱਤਾ ਜਾਏ। ਉਹਨਾਂ ਨਾਲ ਤੁਲਵਾਂ ਸੋਨਾ ਸਾਥੋਂ ਲੈ ਲਓ। ਪਰ ਬਾਦਸ਼ਾਹ ਨਾ ਮੰਨਿਆ। ਸਾਰੇ ਨਿਰਾਸ਼ ਹੋ ਕੇ ਮੁੜ ਆਏ ਅਤੇ ਸਿੱਧੇ ਗਿਆਨੇਸ਼ਵਰ ਜੀ ਕੋਲ ਜਾ ਕੇ ਬੇਨਤੀ ਕੀਤੀ, ਮਹਾਰਾਜ ਜੀ, ਆਪਣੇ ਸ਼ਿਸ਼ ਨੂੰ ਬਚਾਓ। ਬਾਦਸ਼ਾਹ ਚੰਗੀ ਨੀਅਤ ਵਾਲਾ ਨਹੀਂ, ਈਰਖਾਵਾਦੀ ਹੈ। ਸੰਤ ਗਿਆਨੇਸ਼ਵਰ ਜੀ ਨੇ ਕਿਹਾ, ਹੇ ਭਗਤ ਜਨੋ, ਨਾਮਦੇਵ ਜੀ ਦਾ ਰਾਖਾ ਉਸ ਦਾ ਭਗਵਾਨ ਬੀਠਲ ਹੈ, ਚਿੰਤਾ ਨਾ ਕਰੋ। ਬਾਦਸ਼ਾਹ ਨੇ ਬੀਠਲ ਨੂੰ ਨਹੀਂ ਬਣਾਇਆ, ਬੀਠਲ ਨੇ ਬਾਦਸ਼ਾਹ ਨੂੰ ਪੈਦਾ ਕੀਤਾ ਹੈ। ਜੋ ਆਪਣੇ ਮਾਲਕ ਨਾਲ ਮੁਕਾਬਲਾ ਕਰਦਾ ਹੈ ਉਹ ਕਦੀ ਜਿੱਤਦਾ ਨਹੀਂ। ਦੇਖੋ ਭਗਵਾਨ ਕੀ ਖੇਡ ਕਰਦਾ ਹੈ, ਚਿੰਤਾ ਨਾ ਕਰੋ, ਭਗਵਾਨ ਦਾ ਨਾਮ ਲਵੋ। ਸੰਤ ਜੀ ਦੇ ਇਹ ਬਚਨ ਸੁਣ ਕੇ ਸ਼ਰਧਾਲੂਆਂ ਨੂੰ ਸ਼ਾਂਤੀ ਆਈ। ਬਾਦਸ਼ਾਹ ਨੇ ਭਗਤ ਨਾਮਦੇਵ ਨੂੰ ਕੋਲ ਸੱਦ ਕੇ ਆਖਿਆ, ਸੁਣਿਆ ਹੈ ਕਿ ਤੂੰ ਬਹੁਤ ਕਰਾਮਾਤੀ ਹੈ, ਖੁਦਾ ਤੇਰੇ ਆਖੇ ਲੱਗਦਾ ਹੈ। ਜੇ ਇਹ ਗੱਲ ਸੱਚੀ ਹੈ ਤਾਂ ਆਪਣੇ ਭਗਵਾਨ ਨੂੰ ਆਖ, ਉਹ ਮੋਈ ਗਾਂ ਜਿਉਂਦੀ ਕਰੇ। ਬਾਦਸ਼ਾਹ ਦੀ ਇਹ ਗੱਲ ਸੁਣ ਕੇ ਭਗਤ ਨਾਮਦੇਵ ਜੀ ਨੇ ਬਚਨ ਕੀਤਾ, ਸੁਲਤਾਨ ਪੁੱਛੈ ਸੁਨ ਬੇਨਾਮਾ, ਦੇਖੋ ਰਾਮ ਤੁਮਹਾਰੇ ਕਾਮਾ। ਨਾਮਾ ਸੁਲਤਾਨੇ ਬਾधिला, ਦੇਖੋ ਤੇਰਾ ਹਰ ਬੀਠਲਾ। ਬਿਸਮਿਲ ਗਊ ਦੇਹੋ ਜੀਵਾਏ, ਨਾਤਰ ਗਰਦਨ ਮਾਰੋ ਠਾਏ। ਭਾਵ ਇਹ ਹੈ ਕਿ ਬਾਦਸ਼ਾਹ ਨੇ ਪੁੱਛਿਆ, ਸੁਣ ਨਾਮਦੇਵ, ਤੇਰੇ ਰਾਮ ਦੇ ਮੈਂ ਕੌਤਕ ਦੇਖਣਾ ਚਾਹੁੰਦਾ ਹਾਂ। ਨਾਮਦੇਵ ਨੂੰ ਸੁਲਤਾਨ ਨੇ ਬੰਨ੍ਹ ਲਿਆ। ਕਹਿਣ ਲੱਗਾ, ਤੇਰਾ ਹਰ ਭਗਵਾਨ ਦੇਖਦਾ ਹੈ। ਇਸ ਵੇਲੇ ਮਰੀ ਹੋਈ ਗਊ ਜੀਵਾ, ਨਹੀਂ ਤਾਂ ਤੇਰਾ ਸਿਰ ਧੜ ਨਾਲੋਂ ਵੱਖ ਕੀਤਾ ਜਾਵੇਗਾ। ਨਾਮਦੇਵ ਜੀ ਨੇ ਬਚਨ ਕੀਤਾ, ਬਾਦਸ਼ਾਹ, ਭਗਵਾਨ ਦਾ ਸ਼ਰੀਕ ਕੋਈ ਨਹੀਂ। ਜੇ ਭਗਵਾਨ ਨੇ ਗਊ ਨੂੰ ਮਾਰਿਆ ਹੈ ਤਾਂ ਮੈਂ ਕੌਣ ਹਾਂ ਉਸ ਨੂੰ ਜਿਉਂਦੀ ਕਰਨ ਵਾਲਾ? ਉਹ ਤਾਂ ਆਪ ਭਗਵਾਨ ਦੀ ਇੱਛਾ ਨਾਲ ਹੀ ਜਿਉਂਦੀ ਹੋ ਸਕਦੀ ਹੈ। ਬਾਦਸ਼ਾਹ ਨੇ ਕਿਹਾ, ਮੈਂ ਸੁਣਿਆ ਹੈ ਕਿ ਤੂੰ ਬਹੁਤ ਸਾਰੀਆਂ ਕਰਾਮਾਤਾਂ ਦਿਖਾਲੀਆਂ ਹਨ। ਪੱਥਰ ਦੀ ਮੂਰਤੀ ਨੂੰ ਬੰਦਿਆਂ ਵਾਂਗ ਦੁੱਧ ਪਿਲਾਉਂਦਾ ਰਿਹਾ ਹੈ, ਕੀ ਇਹ ਸੱਚ ਹੈ? ਭਗਤ ਨਾਮਦੇਵ ਜੀ ਨੇ ਕਿਹਾ, ਮੈਨੂੰ ਤਾਂ ਪਤਾ ਨਹੀਂ ਕਰਾਮਾਤ ਕਿਸ ਨੂੰ ਆਖਦੇ ਹਨ। ਮੈਂ ਤਾਂ ਇਹ ਜਾਣਦਾ ਹਾਂ ਕਿ ਪ੍ਰਭੂ ਦਾ ਸਿਮਰਨ ਕਰਨਾ ਚੰਗਾ ਹੈ। ਸੰਤ ਮੰਡਲੀਆਂ ਨਾਲ ਹਰੀ ਕੀਰਤਨ ਕਰਦਾ ਹਾਂ ਤੇ ਸੁਣਦਾ ਹਾਂ। ਜੇ ਭਗਵਾਨ ਕੋਈ ਕੌਤਕ ਕਰਦਾ ਹੈ ਤਾਂ ਉਹ ਭਗਵਾਨ ਦੀ ਲੀਲਾ ਹੈ। ਆਪ ਨੇ ਸੱਦਿਆ, ਮੈਂ ਆ ਗਿਆ। ਘੱਲੋਗੇ ਤਾਂ ਚਲਿਆ ਜਾਵਾਂਗਾ। ਬਾਦਸ਼ਾਹ ਨੇ ਕਿਹਾ, ਅਸੀਂ ਕੁਝ ਨਹੀਂ ਸੁਣਨਾ ਚਾਹੁੰਦੇ। ਦੱਸੋ ਗਊ ਜੀਵਾਵੋਗੇ ਜਾਂ ਨਹੀਂ? ਬਹੁਤੀਆਂ ਗੱਲਾਂ ਕਰਨ ਦੀ ਦਰਬਾਰ ਵਿੱਚ ਆਗਿਆ ਨਹੀਂ, ਇੱਕ ਟੱਕ ਗੱਲ ਦੱਸ। ਭਗਤ ਨਾਮਦੇਵ ਜੀ ਨੇ ਕਿਹਾ, ਮੈਂ ਕੁਝ ਨਹੀਂ ਜਾਣਦਾ, ਮੇਰਾ ਬੀਠਲ ਜਾਣੇ, ਜਿਵੇਂ ਉਸ ਨੂੰ ਭਾਵੇ ਤਿਵੇਂ ਹੋਵੇਗਾ। ਆਪ ਪ੍ਰਜਾ ਤੇ ਜ਼ੁਲਮ ਕਰਦੇ ਹੋ, ਜਿਸ ਨੇ ਬਾਦਸ਼ਾਹ ਬਣਾਇਆ ਹੈ ਉਸ ਨੂੰ ਯਾਦ ਨਹੀਂ ਕਰਦੇ। ਇਹ ਸੁਣ ਕੇ ਬਾਦਸ਼ਾਹ ਕ੍ਰੋਧ ਵਿੱਚ ਆ ਗਿਆ। ਉਸਨੇ ਵਜ਼ੀਰਾਂ ਵੱਲ ਵੇਖਿਆ, ਮੁੜ ਨਾਮਦੇਵ ਜੀ ਨੂੰ ਆਖਿਆ, ਅੱਛਾ, ਇੱਕ ਪਹਿਰ ਦਾ ਸਮਾਂ ਮੋਹਲਤ ਦਿੱਤੀ ਜਾਂਦੀ ਹੈ। ਇਸ ਸਮੇਂ ਵਿੱਚ ਗਊ ਜਿਵਾ ਦਿਓ, ਨਹੀਂ ਤਾਂ ਸਾਰਿਆਂ ਦੇ ਦੇਖਦਿਆਂ ਕਤਲ ਕਰ ਦਿੱਤੇ ਜਾਓਗੇ। ਹਾਥੀ ਦੇ ਪੈਰਾਂ ਵਿੱਚ ਸੁੱਟ ਕੇ ਦਲ ਮਲ ਦਿੱਤੇ ਜਾਓਗੇ। ਇਹੋ ਮੇਰਾ ਹੁਕਮ ਹੈ। ਲੋਕਾਂ ਨੂੰ ਧੋਖਾ ਦੇ ਕੇ ਪਿੱਛੇ ਲਾਉਂਦੇ ਹੋ। ਇਹ ਆਖ ਕੇ ਬਾਦਸ਼ਾਹ ਮਹਿਲਾਂ ਨੂੰ ਚਲਾ ਗਿਆ। ਭਗਤ ਨਾਮਦੇਵ ਜੀ ਕੈਦ ਸਨ। ਉਹਨਾਂ ਦੇ ਹੱਥ ਬੰਨੇ ਹੋਏ ਸਨ। ਸਿਪਾਹੀਆਂ ਦੇ ਪਹਿਰੇ ਵਿੱਚ ਉਹਨਾਂ ਨੂੰ ਬਿਠਾਇਆ ਹੋਇਆ ਸੀ। 7 ਘੜੀਆਂ ਬੀਤ ਗਈਆਂ, ਪਰ ਗਾਂ ਨਾ ਹਿੱਲੀ। ਉਹ ਜਿਉਂ ਦੀ ਤਿਉਂ ਮੋਈ ਪਈ ਰਹੀ। ਅਨੋਖਾ ਕੌਤਕ ਸੀ। ਲੋਕ ਹੈਰਾਨ ਸਨ ਕਿ ਜੇ ਗਾਂ ਨਾ ਉੱਠੀ ਤਾਂ ਭਗਤ ਨਾਮਦੇਵ ਜੀ ਨੂੰ ਬਾਦਸ਼ਾਹ ਜ਼ਰੂਰ ਮਾਰ ਦੇਵੇਗਾ। ਲੋਕ ਭਗਵਾਨ ਅੱਗੇ ਅਰਦਾਸਾਂ ਕਰ ਰਹੇ ਸਨ। ਜਿਵੇਂ ਹੀ ਬਾਦਸ਼ਾਹ ਘਰ ਪਹੁੰਚਿਆ ਤਾਂ ਉਸ ਨੂੰ ਸੂਲ ਹੋਣਾ ਸ਼ੁਰੂ ਹੋ ਗਿਆ। ਉਹ ਪਲ ਵਿੱਚ ਇੰਨਾ ਤੰਗ ਹੋ ਗਿਆ ਕਿ ਉਸ ਦੇ ਬਚਣ ਦੀ ਕੋਈ ਆਸ ਨਾ ਰਹੀ। ਸ਼ਾਹੀ ਹਕੀਮ ਨੱਸ ਭੱਜ ਕਰਨ ਲੱਗੇ। ਬਾਦਸ਼ਾਹ ਦੀਆਂ ਅੱਖਾਂ ਅੱਗੇ ਭਗਤ ਨਾਮਦੇਵ ਜੀ ਦਾ ਚਿੱਤਰ ਸੀ। ਕਦੀ ਕਦੀ ਉਹਨਾਂ ਦਾ ਚਿੱਤਰ ਪਾਸੇ ਹੁੰਦਾ ਤਾਂ ਭਿਆਨਕ ਸੂਰਤਾਂ ਨਜ਼ਰ ਆਉਂਦੀਆਂ। ਉਹ ਵਿਲਕਣ ਲੱਗਾ, ਬਚਾਓ, ਮੈਨੂੰ ਬਚਾਓ।
ਬਾਦਸ਼ਾਹ ਦੇ ਸਿਆਣੇ ਵਜ਼ੀਰ ਨੇ ਕਿਹਾ, ਬਾਦਸ਼ਾਹ ਸਲਾਮਤ ਰਾਜ਼ੀ ਹੋ ਸਕਦਾ ਹੈ। ਸ਼ਾਇਦ ਨਾਮਦੇਵ ਜੀ ਦੇ ਫੜਨ ਕਾਰਨ ਖੁਦਾ ਨਾਰਾਜ਼ ਹੋ ਗਿਆ ਹੋਵੇ। ਜਾਨ ਬਦਲੇ ਉਸ ਨੂੰ ਛੱਡ ਦੇਣਾ ਚਾਹੀਦਾ ਹੈ। ਉਹ ਖੁਦਾਈ ਬੰਦਾ ਹੈ, ਹੋ ਸਕਦਾ ਹੈ ਖੁਦਾ ਨਾਰਾਜ਼ ਹੋ ਗਿਆ ਹੋਵੇ। ਇਹ ਗੱਲ ਬਾਦਸ਼ਾਹ ਦੇ ਮਨ ਲੱਗੀ। ਉਸਨੇ ਉਸੇ ਵੇਲੇ ਹੁਕਮ ਦਿੱਤਾ, ਛੱਡ ਦਿਓ। ਹੁਕਮ ਗਿਆ, ਪਰ ਉਧਰ ਹੋਰ ਹੀ ਖੇਲ ਹੋ ਚੁੱਕਿਆ ਸੀ। ਉਸਦੇ ਬੰਦਿਆਂ ਨੇ ਦੇਖਿਆ ਦੇਰ ਹੋ ਰਹੀ ਸੀ ਤਾਂ ਉਹਨਾਂ ਨੇ ਬਾਦਸ਼ਾਹ ਦੇ ਪਹਿਲੇ ਹੁਕਮ ਅਨੁਸਾਰ ਨਾਮਦੇਵ ਜੀ ਨੂੰ ਚੁੱਕ ਕੇ ਹਾਥੀ ਅੱਗੇ ਸੁੱਟ ਦਿੱਤਾ। ਹਾਥੀ ਪਹਿਲਾਂ ਤਾਂ ਘਬਰਾਇਆ। ਉਸਨੇ ਰੱਬੀ ਬੰਦੇ ਨੂੰ ਦੇਖਿਆ, ਪਰ ਇੱਕ ਵਾਰ ਚੁੱਕ ਕੇ ਸੁੱਟਿਆ। ਉਸ ਬਾਬਤ ਭਗਤ ਨਾਮਦੇਵ ਜੀ ਆਪ ਹੀ ਦੱਸਦੇ ਹਨ, ਕਰੈ ਗਜਿੰਦ ਸੁੰਡ ਕੀ ਚੋਟ, ਨਾਮਾ ਉਬਰੈ ਹਰ ਕੀ ਓਟ। ਉਸ ਵੇਲੇ ਵਜ਼ੀਰ ਉੱਥੇ ਪੁੱਜ ਗਿਆ। ਉਸਨੇ ਜੱਲਾਦਾਂ ਨੂੰ ਬਾਦਸ਼ਾਹ ਦਾ ਹੁਕਮ ਸੁਣਾਇਆ ਤੇ ਨਾਮਦੇਵ ਜੀ ਦੇ ਹੱਥ ਪੈਰ ਖੋਲ੍ਹੇ ਗਏ। ਉਧਰ ਗਊ ਵੀ ਉੱਠ ਬੈਠੀ। ਲੋਕ ਤੇ ਵਜ਼ੀਰ ਸਭ ਹੈਰਾਨ ਹੋ ਗਏ। ਭਗਤ ਨਾਮਦੇਵ ਜੀ ਨੇ ਬਾਦਸ਼ਾਹ ਨੂੰ ਉਪਦੇਸ਼ ਦਿੱਤਾ, ਉਸ ਦਾ ਦੁੱਖ ਨਿਵਰਤ ਕੀਤਾ। ਤਿਸ ਪ੍ਰਥਾਏ ਭਗਤ ਨਾਮਦੇਵ ਜੀ ਦੀ ਆਪਣੀ ਬਾਣੀ ਦਾ ਇਹ ਪੂਰਾ ਸ਼ਬਦ ਹੈ। ਸੁਲਤਾਨ ਪੁੱਛੈ ਸੁਨ ਬੇਨਾਮਾ, ਦੇਖੋ ਰਾਮ ਤੁਮਹਾਰੇ ਕਾਮਾ। ਨਾਮਾ ਸੁਲਤਾਨੇ ਬਾधिला, ਦੇਖੋ ਤੇਰਾ ਹਰ ਬੀਠਲਾ। ਰਹਾਓ ਬਿਸਮਿਲ ਗਊ ਦੇਹੋ ਜਿਵਾਏ, ਨਾਤਰ गर्दन मारो ठाए। बादशाह ऐसी क्यों होए, बिस्मिल किया ना जीवै कोए। मेरा किया कछु ना होए, कर है राम होए है सोए। बादशाहो चढ़्यो अहंकार, गज हस्ती दीनो चमकार। रुदन करै नामे की माए, छोड़ राम की ना भजे खुदाए। ना हो तेरा पूंगड़ा ना तू मेरी माए, पिंड पड़ा तो हर गुण गाए। करै गजिंद सुंड की चोट, नामा उबरै हर की ओट। काजी मुल्ला करे सलाम, इन हिंदू मेरा मलिया मान। बादशाह बेनती सुने हो, नामे सर पर सोना लेहो। माल लियो तो दोजक परो, दीन छोड़ दुनिया को भरो। पावो बेड़ी हाथों ताल, नामा गावै गुण गोपाल। गंग जमन जो उल्टी बहै, तो नामा हर करता रहै। सात घड़ी जब बीती सुनी, अजो न आयो त्रिभवन धनी। पाखंतन बाज बजायला, गरुड़ चढ़े गोविंद आयला। अपने भगत पर की प्रितपाल, गरुड़ चढ़े आए गोपाल। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।